ਹੈਲੋ ਵਿਊਅਰਸ, ਵੈਲਕਮ ਬੈਕ ਟੂ ਮਾਈ ਚੈਨਲ। ਹੁਣ ਅੱਜ ਦੀ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਕੁਝ ਟਿਪਸ ਦੇਵਾਂਗੀ ਫੋਲੋਅਪਸ ਨੂੰ ਲੈ ਕੇ। ਕਾਫੀ ਸਾਰੇ ਬੱਚੇ ਜੋ ਨੇ ਉਹ ਫੋਲੋਅਪਸ ਦੇ ਵਿੱਚ ਕਿਵੇਂ ਕੁਐਸਚਨ ਨੂੰ ਐਕਸਟੈਂਡ ਕਰਨਾ ਹੈ, ਕਿਵੇਂ ਹੋਰ ਆਨਸਰ ਦੇ ਸਕਦੇ ਹਾਂ ਆਪਾਂ, ਉਹ ਟੈਕਨੀਕ ਆਪਾਂ ਦੇਖਾਂਗੇ। ਸਭ ਤੋਂ ਪਹਿਲਾਂ ਤੁਹਾਨੂੰ ਸਕਰੀਨ 'ਤੇ ਨਜ਼ਰ ਆ ਰਿਹਾ ਹੋਊਗਾ ਇੱਕ ਪੈਟਰਨ, ਤਾਂ ਤੁਸੀਂ ਇਸੇ ਪੈਟਰਨ ਨੂੰ ਧਿਆਨ ਵਿੱਚ ਰੱਖਦੇ ਹੋਏ ਆਪਣਾ ਆਨਸਰ ਦੇਣਾ ਹੈ। ਸਭ ਤੋਂ ਪਹਿਲਾਂ ਟੌਪਿਕ ਨੂੰ ਇੰਟਰੋਡਿਊਸ ਕਰੋਗੇ ਆਪਣੀ ਫਸਟ ਸੈਂਟੈਂਸ ਦੇ ਨਾਲ, ਫਿਰ ਉਹਦੇ ਨਾਲ ਰਿਲੇਟਡ ਕੋਈ ਰੀਜ਼ਨ ਦਿਓਗੇ ਤੁਸੀਂ। ਉਸ ਤੋਂ ਬਾਅਦ ਤੁਸੀਂ ਆਪਣਾ ਓਪੀਨੀਅਨ ਪ੍ਰੈਜ਼ੈਂਟ ਕਰੋਗੇ, ਕੋਈ ਐਗਜ਼ਾਮਪਲ ਜਾਂ ਕੁਛ ਵੀ ਜੋ ਵੀ ਤੁਹਾਡੇ ਮਾਈਂਡ 'ਚ ਹੈ, ਅਤੇ ਫਿਰ ਫੋਰਥ ਲਾਈਨ ਦੇ ਵਿੱਚ ਤੁਸੀਂ ਆਪਣੇ ਆਨਸਰ ਨੂੰ ਕਨਕਲੂਡ ਕਰ ਦੇਵੋਗੇ। ਤੋ ਇਸ ਨੂੰ ਹੋਰ ਅੱਛੇ ਤਰੀਕੇ ਨਾਲ ਸਮਝਣ ਲਈ ਚਲੋ ਆਪਾਂ ਇੱਕ ਆਨਸਰ ਦੇਖ ਲੈਂਦੇ ਹਾਂ। ਇਹ ਆਨਸਰਸ ਮੈਂ ਗੂਗਲ ਤੋਂ ਸਰਚ ਕੀਤੇ ਨੇ। ਇਹ ਫੈਮਿਲੀ ਨਾਲ ਰਿਲੇਟਡ ਨੇ, ਫੈਮਿਲੀ ਨਾਲ ਰਿਲੇਟਡ ਕੋਈ ਕਿਊ ਕਾਰਡ ਸੀ ਅਤੇ ਐਗਜ਼ਾਮੀਨਰ ਪੁੱਛ ਰਿਹਾ ਹੈ ਇਜ਼ ਫੈਮਿਲੀ ਇੰਪੋਰਟੈਂਟ ਇਨ ਯੋਰ ਕੰਟਰੀ, ਕਿ ਫੈਮਿਲੀ ਇੰਪੋਰਟੈਂਟ ਹੈ ਤੁਹਾਡੀ ਕੰਟਰੀ 'ਚ। ਤਾਂ ਤੁਸੀਂ ਆਨਸਰ ਇਸ ਤਰੀਕੇ ਨਾਲ ਦੇ ਸਕਦੇ ਹੋ, ਮਾਈ ਕੰਟਰੀ ਇੰਡੀਆ ਇਜ਼ ਦਾ ਐਮਾਲਗਮੇਸ਼ਨ ਆਫ ਡਿਸਟਿੰਕਟ ਕਲਚਰਸ ਐਂਡ ਟ੍ਰੈਡੀਸ਼ਨਸ and in most of the cultures family is the first priority. You can see the extended families in the majority of the rural areas of my nation. Take an example of my own family. Before deciding anything crucial, the permission of each of the family members is a must in my family. So yes, family plays an integral role in the community. ਤਾਂ ਤੁਸੀਂ ਦੇਖ ਸਕਦੇ ਹੋ, ਧਿਆਨ ਨਾਲ ਸਮਝਣਾ। ਜੋ ਮੇਰੀ ਫਸਟ ਲਾਈਨ ਹੈ ਉਹਦੇ ਵਿੱਚ ਮੈਂ ਲਿਖਿਆ ਹੈ ਵੀ ਮੇਰੀ ਕੰਟਰੀ ਇੰਡੀਆ ਜੋ ਹੈ ਉਹਦੇ ਬਾਰੇ ਮੈਂ ਥੋੜ੍ਹੀ ਜਿਹੀ ਦੱਸਤਾ ਕਿ ਉਹ ਇੱਕ ਟਰੈਡੀਸ਼ਨਲ ਕੰਟਰੀ ਹੈ ਅਤੇ ਕਾਫੀ ਸਾਰੇ ਕਲਚਰ 'ਚ ਤੁਹਾਨੂੰ ਦਿਖੇਗਾ ਵੀ ਫੈਮਿਲੀ ਨੂੰ ਜ਼ਿਆਦਾ ਇੰਪੋਰਟੈਂਸ ਮਿਲਦੀ ਹੈ। ਅਮਾਲਗਾਮੇਸ਼ਨ ਵਰਡ ਇੱਕ ਵੋਕੈਬ ਵਰਡ ਹੈ। ਇਹਦਾ ਮਤਲਬ ਹੁੰਦਾ ਹੈ ਕਿ ਮਿਕਸਚਰ, ਕਿਸੇ ਚੀਜ਼ ਦਾ ਮਿਕਸਚਰ ਜੋ ਹੁੰਦਾ ਹੈ। ਯੂ ਕੈਨ ਸੀ ਦਾ ਅੱਗੇ ਮੈਂ ਦੱਸ ਰਹੀ ਹਾਂ ਵੀ ਤੁਸੀਂ ਦੇਖ ਸਕਦੇ ਹੋ ਵੀ ਸਾਡੇ ਨੇਸ਼ਨ ਦੇ ਵਿੱਚ ਆ ਕੇ ਵੀ ਰੂਰਲ ਏਰੀਆਜ਼ ਦੇ ਵਿੱਚ ਜ਼ਿਆਦਾਤਰ ਤੁਹਾਨੂੰ ਐਕਸਟੈਂਡਡ ਫੈਮਿਲੀਜ਼ ਮਿਲਣਗੀਆਂ। ਐਕਸਟੈਂਡਡ ਫੈਮਿਲੀਜ਼ ਯਾਨੀ ਜਿਹੜੀਆਂ ਇੱਕੋ ਛੱਤ ਦੇ ਅੰਦਰ ਰਹਿੰਦੀਆਂ ਨੇ, ਵੱਡੀਆਂ ਫੈਮਿਲੀਜ਼। ਤਾਂ ਫਿਰ ਐਗਜ਼ਾਮਪਲ ਦੇ ਵਿੱਚ, ਓਪੀਨੀਅਨ ਦੇ ਵਿੱਚ ਮੈਂ ਆਪਣੀ ਫੈਮਿਲੀ ਦੀ ਐਗਜ਼ਾਮਪਲ ਦੇਤੀ ਕਿ ਜਿਵੇਂ ਮੈਂ ਆਪਣੀ ਫੈਮਿਲੀ ਦੀ ਹੀ ਐਗਜ਼ਾਮਪਲ ਲਵਾਂ ਤਾਂ ਸਾਡੇ ਫੈਮਿਲੀ ਦੇ ਵਿੱਚ ਪਰਿਵਾਰ ਦੇ ਸਾਰੇ ਮੈਂਬਰਸ ਦੀ ਪਰਮਿਸ਼ਨ ਬਹੁਤ ਜ਼ਰੂਰੀ ਹੁੰਦੀ ਹੈ ਕੋਈ ਵੀ ਡਿਸੀਜ਼ਨ ਲੈਣ ਤੋਂ ਪਹਿਲਾਂ। ਸੋ ਲਗਾ ਕੇ ਮੈਂ ਕਨਕਲੂਡ ਕਰ ਰਹੀ ਹਾਂ ਵੀ ਇਸ ਕਰਕੇ ਮੈਂ ਕਹਿ ਸਕਦੀ ਹਾਂ ਫੈਮਿਲੀ ਜੋ ਹੈ ਉਹ ਇੱਕ ਇੰਪੋਰਟੈਂਟ ਯਾਨੀ ਇੰਟੀਗਰਲ ਰੋਲ ਪਲੇ ਕਰਦੀ ਹੈ ਸੋਸਾਇਟੀ ਦੇ ਵਿੱਚ। ਚਲੋ ਦੇਖ ਲੈਂਦੇ ਹਾਂ ਸੈਕਿੰਡ ਕੁਐਸਚਨ। ਸੈਕਿੰਡ ਕੁਐਸਚਨ ਐਗਜ਼ਾਮੀਨਰ ਪੁੱਛ ਰਿਹਾ ਹੈ ਹਾਊ ਹੈਜ਼ ਦਾ ਸਾਈਜ਼ ਆਫ ਦਾ ਫੈਮਿਲੀ ਚੇਂਜਡ ਇਨ ਦਾ ਲਾਸਟ ਫਿਊ ਡੈਕੇਡਸ ਇਨ ਯੋਰ ਕੰਟਰੀ। ਤੁਹਾਡੀ ਕੰਟਰੀ ਦੇ ਵਿੱਚ ਫੈਮਿਲੀ ਦਾ ਸਾਈਜ਼ ਕਿਸ ਤਰੀਕੇ ਨਾਲ ਚੇਂਜ ਹੋਇਆ। ਤਾਂ ਇਹਦੇ ਵਿੱਚ ਸਾਈਜ਼ ਦੇ ਬਾਰੇ ਗੱਲ ਕਰਨੀ ਵੀ ਕਿਵੇਂ ਚੇਂਜ ਹੋਇਆ। ਤਾਂ ਇਹਦੇ ਵਿੱਚ ਤੁਸੀਂ ਆਨਸਰ ਦੇ ਸਕਦੇ ਹੋ I can say the families are converting into nuclear families from the joint or extended ones. Nowadays, everyone is so concerned about the privacy in the family. Moreover, the young minds consider themselves as the most superior than their elders due to the easy reach of the internet in their pockets. Therefore, all these factors are responsible for reducing the family size. ਤਾਂ ਉਹਨਾਂ ਨੇ ਪੁੱਛਿਆ ਸੀ ਫੈਮਿਲੀ ਸਾਈਜ਼ ਕਿਵੇਂ ਚੇਂਜ ਹੋਇਆ। ਤਾਂ ਪਹਿਲਾਂ ਫੈਮਿਲੀ ਸਾਈਜ਼ ਨੂੰ ਦੱਸੋ ਵੀ ਐਕਚੁਅਲੀ ਫੈਮਿਲੀਜ਼ ਕਿੱਧਰ ਨੂੰ ਜਾ ਰਹੀਆਂ ਨੇ, ਕਿੱਥੋਂ, ਯਾਨੀ ਨਿਊਕਲੀਅਰ ਫੈਮਿਲੀ ਤੋਂ ਉਹ ਬਣ ਰਹੀਆਂ ਨੇ ਐਕਸਟੈਂਡਡ ਫੈਮਿਲੀਜ਼। ਅਤੇ ਫਿਰ ਦੱਸੋਗੇ ਅੱਜ ਦਾ ਸਿਨਾਰੀਓ ਕਿ ਕੀ ਹੈ। ਹਰ ਇੱਕ ਫੈਮਿਲੀ ਨੂੰ ਮੇਜਰ ਕੰਸਰਨ ਹੈ ਪ੍ਰਾਈਵੇਸੀ ਦਾ, ਅਤੇ ਜਿਹੜੇ ਯੰਗ ਮਾਈਂਡਸ ਨੇ, ਯੰਗਸਟਰਸ ਨੇ, ਉਹ ਇੰਟਰਨੈਟ 'ਤੇ ਟਾਈਮ ਸਪੈਂਡ ਕਰਦੇ ਆ। ਇਸ ਕਰਕੇ ਤੁਸੀਂ ਕਹਿ ਸਕਦੇ ਹੋ ਵੀ ਫੈਮਿਲੀ ਦਾ ਸਾਈਜ਼ ਪਿਛਲੇ ਕੁਝ ਦਹਾਕਿਆਂ ਤੋਂ ਜਾਂ ਫਿਰ ਪਿਛਲੇ ਕੁਝ ਟਾਈਮ ਤੋਂ ਕਾਫੀ ਜ਼ਿਆਦਾ ਜਿਹੜਾ ਹੈ ਚੇਂਜ ਆਇਆ, ਵੇਰੀਏਸ਼ਨਸ ਆਈਆਂ ਨੇ। ਚਲੋ ਤੀਜਾ ਕੁਐਸਚਨ ਦੇਖ ਲੈਂਦੇ ਹਾਂ। ਤੀਸਰੇ ਕੁਐਸਚਨ ਦੇ ਵਿੱਚ ਤੁਹਾਨੂੰ ਪੁੱਛਿਆ ਗਿਆ ਹਾਊ ਡੂ ਯੂ ਥਿੰਕ ਦਾ ਫੈਮਿਲੀ ਵਿਲ ਚੇਂਜ ਇਨ ਦਾ ਫਿਊਚਰ। ਤੁਹਾਨੂੰ ਕਿਵੇਂ ਲੱਗਦਾ ਵੀ ਫੈਮਿਲੀ ਚੇਂਜ ਹੋਵੇਗੀ ਇਨ ਫਿਊਚਰ। ਹੁਣ ਇਸ ਚੀਜ਼ ਦਾ ਖਾਸ ਖਿਆਲ ਰੱਖਣਾ ਹੈ ਕਿਉਂਕਿ ਐਗਜ਼ਾਮੀਨਰ ਵਿਲ ਲਗਾ ਰਿਹਾ ਤਾਂ ਇਹ ਕੰਪਲਸਰੀ ਹੈ ਕਿ ਜਦੋਂ ਅਸੀਂ ਆਨਸਰ ਦੇਵਾਂਗੇ ਤਾਂ ਅਸੀਂ ਵੀ ਵਿਲ ਜਾਂ ਫਿਰ ਕਿਸੇ ਹੋਰ ਫਿਊਚਰ ਟੈਂਸ ਦਾ ਯੂਜ਼ ਕਰਾਂਗੇ। ਸੋ ਜਸਟ ਸੀ ਮਾਈ ਆਨਸਰ ਫਸਟ। ਓਕੇ, ਲੈਟ ਮੀ ਥਿੰਕ ਅਬਾਊਟ ਦਿਸ ਅਕੋਰਡਿੰਗ ਟੂ ਮਾਈ ਪ੍ਰੈਡਿਕਸ਼ਨ। ਇਹ ਜਿਹੜਾ ਵਰਡ ਸੀ, ਜਿਹੜੀਆਂ ਫਸਟ ਟੂ ਲਾਈਨਸ ਨੇ, ਇਹ ਤੁਸੀਂ ਵੀ ਯੂਜ਼ ਕਰ ਸਕਦੇ ਹੋ ਇਹਨਾਂ ਨੂੰ। ਬਟ ਧਿਆਨ ਰਵੇ ਕਿ ਜਦੋਂ ਤੁਹਾਨੂੰ ਪੁੱਛਿਆ ਕਿ ਫਿਊਚਰ ਦੇ ਵਿੱਚ ਕਿਵੇਂ ਹੋਵੇਗਾ ਤਾਂ ਤੁਸੀਂ ਯੂਜ਼ ਕਰ ਸਕਦੇ ਹੋ। ਅਕੋਰਡਿੰਗ ਟੂ ਮਾਈ ਐਜ਼ੰਪਸ਼ਨ ਕਹਿ ਸਕਦੇ ਹੋ the trend of nuclear families will be welcomed by the people in the offing. By keeping in mind the perceptions and interests of the youngsters, they will choose the option to reside separately from their parents by living alone in apartments and renting houses. The internet will cross almost all the boundaries and everyone will like to spend
maximum time on social media rather than spending the precious time with the closed ones. Overall, the emotional values will be rarely seen in the families. ਤਾਂ ਦੇਖੋ ਜੋ ਕਹਾਣੀ ਹੈ ਫਿਊਚਰ ਦੀ, ਜੋ ਵੀ ਤੁਹਾਡੇ ਮਾਈਂਡ 'ਚ ਹੈ ਤੁਸੀਂ ਉਹ ਸਾਰਾ ਕੁਝ ਬੋਲ ਸਕਦੇ ਹੋ। ਪਹਿਲੀ ਲਾਈਨ 'ਚ ਦੇਖ ਲਓ, ਨਿਊਕਲੀਅਰ ਫੈਮਲੀਜ਼ ਦਾ ਟਰੈਂਡ ਸਭ ਤੋਂ ਉੱਪਰ ਹੋਏਗਾ, ਤਾਂ ਉਹਦੀ ਗੱਲ ਹੋਈ ਹੈ। ਉਸ ਤੋਂ ਬਾਅਦ ਫਿਰ ਪਰਸੈਪਸ਼ਨ ਅਤੇ ਇੰਟਰਸਟ ਜਿਹੜਾ ਹੈ ਯੰਗਸਟਰਸ ਦਾ, ਉਹਨਾਂ ਨੂੰ ਧਿਆਨ 'ਚ ਰੱਖਿਆ ਜਾਵੇ ਤਾਂ ਉਹ ਅਲੱਗ ਰਹਿਣਾ ਪਸੰਦ ਕਰਨਗੇ, ਪ੍ਰਾਈਵੇਸੀ ਨੂੰ ਪ੍ਰੈਫਰ ਕਰਨਗੇ। ਅਤੇ ਬਾਕੀ ਇੰਟਰਨੈਟ ਜਿਹੜਾ ਹੈ ਉਹ ਹਰ ਕਿਸੇ ਕੋਲ ਹੋਊਗਾ, ਤਾਂ ਇਸ ਕਰਕੇ ਉਹ ਆਪਣੇ ਕਲੋਜ਼ਡ ਵਨਸ ਤੋਂ ਕੀ ਹੋ ਜਾਣਗੇ, ਆਈਸੋਲੇਟ ਹੋ ਜਾਣਗੇ, ਸੈਪਰੇਟ ਹੋ ਜਾਣਗੇ। ਸੋ ਓਵਰਆਲ ਲਗਾ ਕੇ ਮੈਂ ਦੱਸ ਰਹੀ ਹਾਂ ਕਿ ਇਮੋਸ਼ਨਲ ਵੈਲਿਊਜ਼ ਜਿਹੜੀਆਂ ਨੇ ਉਹ ਰੇਅਰਲੀ, ਬਹੁਤ ਥੋੜ੍ਹੀਆਂ ਹੀ ਰਹਿ ਜਾਣਗੀਆਂ ਫੈਮਲੀਜ਼ ਦੇ ਵਿੱਚ। ਤਾਂ ਤੁਸੀਂ ਇਸ ਤਰੀਕੇ ਦੇ ਨਾਲ ਆਪਣੇ ਆਨਸਰਸ ਵੀ ਐਜ਼ਿਊਮ ਕਰ ਸਕਦੇ ਹੋ, ਆਪਣੇ ਆਨਸਰਸ ਲਿਖ ਸਕਦੇ ਹੋ। ਤਾਂ ਦੇਖਦੇ ਹਾਂ ਫੋਰਥ ਜਿਹੜਾ ਹੈ, ਵਟ ਰੋਲ ਡੂ ਗ੍ਰੈਂਡ ਪੇਰੈਂਟਸ ਪਲੇ ਇਨ ਦਾ ਫੈਮਲੀ ਇਨ ਯੋਰ ਕੰਟਰੀ। ਇਹ ਬਹੁਤ ਇੰਪੋਰਟੈਂਟ ਕੁਐਸਚਨ ਹੈ। ਦੇਖੋ ਹੁਣ ਗ੍ਰੈਂਡ ਪੇਰੈਂਟਸ ਦੀ ਗੱਲ ਆ ਗਈ ਵੀ ਉਹ ਤੁਹਾਡੀ ਕੰਟਰੀ ਦੇ ਵਿੱਚ ਕਿਵੇਂ ਰੋਲ ਪਲੇ ਕਰਦੇ ਨੇ। ਕਈ ਬੱਚੇ ਆਪਣੀ ਕੰਟਰੀ ਦਾ ਨਾਮ ਹੀ ਨਹੀਂ ਲੈਂਦੇ। ਪਹਿਲਾਂ ਦੱਸੋ ਉਹਨਾਂ ਨੂੰ ਕਿ ਤੁਸੀਂ ਇੰਡੀਆ ਨੂੰ ਬਿਲੋਂਗ ਕਰਦੇ ਹੋ ਜਾਂ ਫਿਰ ਕਿਸੇ ਹੋਰ ਕੰਟਰੀ ਨੂੰ। ਇਹਦੇ ਵਿੱਚ ਦੇਖੋ ਇੱਕ ਫਰੇਜ਼ ਯੂਜ਼ ਕਰ ਸਕਦੇ ਹੋ ਤੁਸੀਂ, ਫਿਲਰ ਓਨੈਸਟਲੀ ਸਪੀਕਿੰਗ, ਯਾਨੀ ਲੱਗੇਗਾ ਕਿ ਤੁਸੀਂ ਇਮਾਨਦਾਰੀ ਦੇ ਨਾਲ ਉਸ ਪੱਖ ਨੂੰ ਦੱਸਣ ਜਾ ਰਹੇ ਹੋ। The contribution of old people cannot be neglected in the families. Firstly, they act like a gem for their grandchildren by inculcating moral, ethical, and traditional values in them. Secondly, parents can get rid from the extra heavy load of the caretakers and other expenditures if grandparents take care of their children. Last but not the least, grandchildren can get the solution of their hardships through the experience of their grandma or grandpa. ਦੈਟਸ ਇਟ। ਇਹਦੇ ਵਿੱਚ ਦੇਖੋ ਕੀ ਹੋਇਆ ਕਿ 4 ਸੈਂਟੈਂਸਿਸ ਇਹਦੇ ਵਿੱਚ ਵੀ ਨੇ, ਪਰ ਇਹ ਕਿੱਦਾਂ ਆਏ ਨੇ, ਇੱਕ ਸੀਕੁਐਂਸ 'ਚ ਆਏ ਨੇ, ਕਿਉਂਕਿ ਉਹਨਾਂ ਨੇ ਰੋਲ ਪੁੱਛਿਆ ਤਾਂ ਆਪਾਂ ਇਹਦੇ ਵਿੱਚ ਰੋਲ ਹੀ ਐਕਸਪਲੇਨ ਕਰਨੀ ਨੇ। ਜੇ ਉਹਨਾਂ ਨੇ ਰਿਸਪੋਂਸੀਬਿਲਿਟੀਜ਼ ਪੁੱਛੀਆਂ ਨੇ ਤਾਂ ਆਪਾਂ ਰਿਸਪੋਂਸੀਬਿਲਿਟੀਜ਼ ਨੂੰ ਵੀ ਇਸੇ ਤਰੀਕੇ ਨਾਲ ਸੀਕੁਐਂਸਲੀ ਆਨਸਰ ਦੇਵਾਂਗੇ। ਸਪੋਜ਼ ਕਰੋ ਤੁਹਾਨੂੰ ਪੁੱਛ ਰਿਹਾ ਵੀ ਐਡਵਾਂਟੇਜ ਦੱਸੋ, ਡਿਸਐਡਵਾਂਟੇਜ ਦੱਸੋ, ਉਹਦੇ ਵਿੱਚ ਵੀ ਤੁਸੀਂ ਇਸ ਤਰੀਕੇ ਦੇ ਵਰਡਸ ਯੂਜ਼ ਕਰ ਸਕਦੇ ਹੋ, ਫਸਟਲੀ, ਸੈਕੰਡਲੀ, ਥਰਡਲੀ, ਲਾਸਟਲੀ ਜਾਂ ਫਿਰ ਫਾਈਨਲੀ, ਲਾਸਟ ਬਟ ਨੋਟ ਦ ਲੀਸਟ। ਤਾਂ ਇਸ ਤਰੀਕੇ ਦੇ ਤੁਸੀਂ ਕਨੈਕਟਰਸ ਯੂਜ਼ ਕਰ ਸਕਦੇ ਹੋ। ਤਾਂ ਦੇਖੋ ਓਨੈਸਟਲੀ ਪਹਿਲਾਂ ਇੱਕ ਸਿੰਪਲ ਇੰਟਰੋ ਦੀ ਲਾਈਨ ਦੱਸਤੀ, ਫਿਰ ਫਸਟਲੀ ਉਹਨਾਂ ਨੇ ਦੱਸ ਦਿੱਤਾ ਕਿ ਜਿਵੇਂ ਉਹ ਐਕਟ ਕਰਦੇ ਨੇ ਇੱਕ ਜੈਮ ਦੀ ਤਰ੍ਹਾਂ, ਮੋਤੀ ਦੀ ਤਰ੍ਹਾਂ, ਰਾਈਟ, ਕਿਵੇਂ ਵੈਲਿਊਜ਼ ਵਗੈਰਾ ਨੂੰ ਪ੍ਰੋਵਾਈਡ ਕਰਦੇ ਨੇ ਆਪਣੇ ਗ੍ਰੈਂਡ ਚਿਲਡਰਨ ਦੇ ਵਿੱਚ। ਫਿਰ ਕੀ ਹੈ ਕਿ ਮਾਂ ਬਾਪ ਦਾ ਐਕਸਟਰਾ ਜਿਹੜਾ ਬਜਟ ਹੈ ਉਹ ਬਚ ਜਾਂਦਾ ਇਹਦੇ ਵਿੱਚ। ਅਤੇ ਲਾਸਟ ਦੇ ਵਿੱਚ ਲਿਖਿਆ ਵੀ ਗ੍ਰੈਂਡ ਚਿਲਡਰਨ ਨੂੰ ਕਿਸੇ ਵੀ ਤਰੀਕੇ ਦੀ ਸਲਿਊਸ਼ਨ ਦੀ ਲੋੜ ਹੋਵੇ। ਇਸ ਤੋਂ ਬਿਨਾਂ ਤੁਸੀਂ ਆਪਣੇ ਹੋਰ ਵੀ ਆਈਡੀਆਜ਼ ਐਡ ਕਰ ਸਕਦੇ ਹੋ, ਜਿਵੇਂ ਕਿ ਕੋਈ ਹੋਮਵਰਕ ਹੁੰਦਾ ਉਹਨਾਂ ਦਾ ਉਹ ਕਰਵਾਉਂਦੇ ਨੇ, ਰਿਲੀਜੀਅਸ ਬਣਾਉਂਦੇ ਨੇ ਕਿਉਂਕਿ ਰਿਲੀਜਨ ਦੇ ਕਾਫੀ ਨੇੜੇ ਹੁੰਦੇ ਨੇ ਗ੍ਰੈਂਡ ਪੇਰੈਂਟਸ। ਤਾਂ ਤੁਸੀਂ ਵੀ ਆਪਣੇ ਇਸ ਤਰੀਕੇ ਦੇ ਨਾਲ ਆਨਸਰਸ ਨੂੰ ਪ੍ਰੀਪੇਅਰ ਕਰ ਸਕਦੇ ਹੋ। ਚਲੋ ਦੇਖਦੇ ਹਾਂ ਅੱਜ ਆਪਣਾ 5th ਅਤੇ ਲਾਸਟ ਕੁਐਸਚਨ ਕੀ ਹੈ। ਇਹ ਹੈ ਜੀ, ਹੂ ਡੂ ਯੂ ਥਿੰਕ ਸ਼ੁੱਡ ਬੀ ਰਿਸਪੋਂਸੀਬਲ ਫॉर द केयर ऑफ द एल्डरली, द फैमिली और द गवर्नमेंट। ਹੁਣ ਇਹਦੇ ਵਿੱਚ ਆਨਸਰ ਦੋਨੋਂ ਦਾ ਵੀ ਆ ਸਕਦਾ ਹੈ। ਤਾਂ ਦੇਖੋ ਮੈਂ ਵੀ ਦੋਨਾਂ ਨੂੰ ਰਿਲੇਟ ਕਰਕੇ ਲਿਖਿਆ, ਜਸਟ ਸੀ ਦਾ ਆਨਸਰ। I guess firstly the family is responsible to take care of their old parents because later are the ones who sacrifice their own desires and happiness for the sake of the formers। ਹੁਣ ਪਹਿਲੀ ਲਾਈਨ ਜੋ ਹੈ ਇਹਦੇ ਵਿੱਚ ਫੈਮਿਲੀ ਨੂੰ ਪ੍ਰੈਫਰੈਂਸ ਦਿੱਤੀ ਗਈ ਹੈ ਵੀ ਉਹ ਆਪਣੇ ਪੇਰੈਂਟਸ ਦੀ ਦੇਖਭਾਲ ਕਰਨ, ਬਿਕੋਜ਼ ਲਗਾ ਕੇ ਕੁਛ ਰੀਜ਼ਨ ਦਿੱਤਾ ਗਿਆ ਹੈ। ਲੇਟਰ, ਹੁਣ ਇੱਥੇ ਜਿਹੜਾ ਲੇਟਰ ਹੈ ਅਤੇ ਫਾਰਮਰ ਦਿਖ ਰਿਹਾ ਹੈ ਤੁਹਾਨੂੰ, ਤਾਂ ਇਹ ਜੋ ਲੇਟਰ ਹੈ ਇਹ ਐਂਡ ਫਾਰਮਰ ਯਾਨੀ ਜੋ ਪਹਿਲਾਂ ਗੱਲ ਕੀਤੀ ਹੈ, ਫਾਰਮਰ ਯਾਨੀ ਹੈ ਫੈਮਿਲੀ, ਠੀਕ ਹੈ ਜੀ, ਜਿਹ 'ਚ ਆਪਾਂ ਸਾਰੇ ਯੰਗਸਟਰ ਆ ਜਾਂਦੇ ਹਾਂ, ਅਤੇ ਲੇਟਰ ਹੋ ਗਏ ਸਾਡੇ ਜਿਹਦੀ ਬਾਅਦ ਵਿੱਚ ਗੱਲ ਕੀਤੀ ਹੈ ਯਾਨੀ ਸਾਡੇ ਓਲਡ ਪੇਰੈਂਟਸ, ਤਾਂ ਇਹ ਆ ਜਾਂਦੇ ਨੇ। ਤਾਂ ਤੁਸੀਂ ਕਹਿ ਸਕਦੇ ਹੋ ਵੀ ਫੈਮਿਲੀ ਨੂੰ ਪਹਿਲਾਂ ਤਰਜੀਹ ਮਿਲਣੀ ਚਾਹੀਦੀ ਹੈ ਵੀ ਕਿਉਂਕਿ ਫੈਮਿਲੀ ਦੇ ਲਈ ਪੇਰੈਂਟਸ ਨੇ ਆਪਣੀਆਂ ਡਿਜ਼ਾਇਰਸ ਅਤੇ ਹੈਪੀਨੈਸ ਨੂੰ ਸੈਕਰੀਫਾਈਸ ਕੀਤਾ ਹੁੰਦਾ ਹੈ। If the family will respect their old parents, then this will make their parents realize the sense of belongingness। ਹੁਣ ਦੇਖੋ belongingness ਇੱਕ ਬਹੁਤ ਵਧੀਆ ਵਰਡ ਸੀ ਜੋ ਮੈਨੂੰ ਲੱਗਿਆ ਕਿ ਇੱਥੇ ਸੂਟ ਕਰੇਗਾ, ਕਿਉਂਕਿ ਜੇ ਉਹ ਰਿਸਪੈਕਟ ਕਰਨਗੇ ਇਸ ਤਰੀਕੇ ਦੇ ਨਾਲ ਤਾਂ ਡੈਫੀਨੇਟਲੀ ਓਲਡ ਏਜ ਪੀਪਲ ਜਿਹੜੇ ਨੇ ਉਹ ਆਈਸੋਲੇਸ਼ਨ ਫੀਲ ਨਹੀਂ ਕਰਨਗੇ। ਉਹਨਾਂ ਨੂੰ ਲੱਗੇਗਾ, ਬਿਲੋਂਗਿੰਗਨੈਸ ਹੁੰਦਾ ਹੈ ਕਿ ਹਾਂ ਉਹ ਉਹਨਾਂ ਦੇ ਨਾਲ ਨੇ, ਉਹਨਾਂ ਦੇ ਬਿਲਕੁਲ ਨੇੜੇ ਨੇ। ਸੋ ਹਾਊਐਵਰ ਲਿਖ ਕੇ ਮੈਂ ਦੂਸਰਾ ਗਵਰਨਮੈਂਟ ਵਾਲਾ ਓਪੀਨੀਅਨ ਦੇ ਰਹੀ ਹਾਂ। The authorities can also play their active role by giving a suitable monthly monetary amount to the old age
so that the parents could not live under pressure because they already have the burden of their children's study। ਤਾਂ ਇਹਦੇ ਵਿੱਚ ਲਿਖਿਆ ਵੀ ਜਿਹੜੀ ਅਥਾਰਟੀਜ਼ ਨੇ ਉਹ ਵੀ ਆਪਣਾ ਐਕਟਿਵ ਰੋਲ ਪਲੇ ਕਰਦੀਆਂ ਨੇ। ਕਿਵੇਂ ਕਰ ਸਕਦੀਆਂ ਨੇ? ਪੈਨਸ਼ਨ ਦਾ ਅਮਾਊਂਟ ਜਾਂ ਫਿਰ ਕੁਛ ਪੈਸੇ ਦਾ ਅਮਾਊਂਟ ਓਲਡ ਏਜ ਲੋਕਾਂ ਨੂੰ ਦੇ ਕੇ, ਤਾਂ ਕਿ ਜਿਹੜੇ ਪੇਰੈਂਟਸ ਨੇ ਉਹ ਪ੍ਰੈਸ਼ਰ ਦੇ ਅੰਡਰ ਨਾ ਰਹਿਣ, ਅਤੇ ਕਿਉਂਕਿ ਉਹਨਾਂ 'ਤੇ ਆਲਰੇਡੀ ਹੀ ਆਪਣੇ ਬੱਚਿਆਂ ਦੀ ਸਟੱਡੀ ਦਾ ਬਰਡਨ ਹੁੰਦਾ। ਸੋ ਦੈਟਸ ਇਟ ਫॉर ਟੂਡੇਜ਼ ਲੈਸਨ ਗਾਇਜ਼। ਸੋ ਆਈ ਹੋਪ ਕਿ ਤੁਹਾਨੂੰ ਇਹ ਵੀਡੀਓ ਪਸੰਦ ਆਇਆ ਹੋਵੇਗਾ। ਜੇ ਪਸੰਦ ਆਇਆ ਤਾਂ ਪਲੀਜ਼ ਇਹਨੂੰ ਲਾਈਕ ਸ਼ੇਅਰ ਕਮੈਂਟ ਕਰਨਾ ਐਂਡ ਸਬਸਕ੍ਰਾਈਬ ਟੂ ਮਾਈ ਚੈਨਲ, ਅਤੇ ਸਪੈਸ਼ਲੀ ਇਸ ਵੀਡੀਓ ਨੂੰ ਆਇਲਸ ਵਾਲੇ ਸਟੂਡੈਂਟ ਨਾਲ ਜ਼ਰੂਰ ਸ਼ੇਅਰ ਕਰਨਾ। ਐਟ ਲਾਸਟ ਥੈਂਕਸ ਫॉर ਵਾਚਿੰਗ।